ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਇੱਕ ਅਹਿਮ ਮਾਮਲਾ ਜਿਹਦੇ ਵਿੱਚ ਸਾਡੇ ਦਿੱਲੀ ਤੋਂ ਵਿਧਾਇਕ ਮੇਰੇ ਵੱਡੇ ਭਰਾ ਨਰੇਸ਼ ਯਾਦਵ ਜੀ ਅੱਜ ਪੰਜਾਬ ਦੀ ਸੰਗਰੂਰ ਦੀ ਮਾਨਯੋਗ ਅਦਾਲਤ ਨੇ ਬਰੀ ਕੀਤੇ ਨੇ ਕਿ ਉਹਦੇ ਸੰਬੰਧ ਦੇ ਵਿੱਚ ਤੁਹਾਨੂੰ ਸੱਦਿਆ ਗਿਆ ਕਿ ਇਹਨਾਂ ਨੂੰ ਅੱਜ ਬਾਕ ਸਾਹਿਬ ਪੰਜਾਬ ਦੇ ਜਿਹੜੀ ਆ ਸੰਗਰੂਰ ਦੀ ਕੋਰਟ ਨੇ ਬਰੀ ਕੀਤਾ ਗਾ। 24/6/2016 ਨੂੰ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਕੁਝ ਵਿਅਕਤੀਆਂ ਨੇ ਬੇਅਦਬੀ ਕੀਤੀ। ਉਹਦਾ ਕੁਰਾਨ ਸ਼ਰੀਫ ਦੇ ਪੰਨੇ ਪਾੜ ਕੇ ਗਲੀਆਂ 'ਚ ਖਿਡਾਰੇ ਗਏ ਔਰ ਇੱਕ ਮੁਕੱਦਮਾ ਦਰਜ ਜਿਹੜਾ ਹੈਗਾ ਉਸ ਸਮੇਂ ਹੋਇਆ ਵਿਜੇ ਕੁਮਾਰ ਦੇ ਖਿਲਾਫ, ਅਨਨੋਨ ਦੇ ਖਿਲਾਫ ਮੁਕੱਦਮਾ ਦਰਜ ਹੋਇਆ। ਫਿਰ ਉਹਦੇ ਵਿੱਚ 3 ਵਿਅਕਤੀ ਜਿਹੜੇ ਸ਼ਾਮਲ ਕੀਤੇ ਗਏ, ਪਰ ਲੇਕਿਨ ਇੱਕ ਵਿਅਕਤੀ ਤੋਂ ਉਸ ਸਮੇਂ ਨਰੇਸ਼ ਯਾਦਵ ਜੀ ਦੇ ਖਿਲਾਫ ਝੂਠ ਬੁਲਵਾਇਆ ਗਿਆ। ਕਿਹਾ ਗਿਆ ਕਿ ਨਰੇਸ਼ ਯਾਦਵ ਉਸ ਦੇ ਵਿੱਚ ਸ਼ਾਮਲ ਸੀਗਾ ਔਰ ਉਸ ਕੇਸ ਦੇ ਵਿੱਚ ਨਰੇਸ਼ ਯਾਦਵ ਜੀ ਨੂੰ ਝੂਠਾ ਫਸਾਇਆ ਗਿਆ ਔਰ ਜਿਹੜਾ ਇਹ ਵਿਅਕਤੀ ਸੀਗਾ ਵਿਜੇ ਕੁਮਾਰ ਨੇ ਝੂਠਾ ਫਸਾਇਆ। ਅੱਜ ਸੰਗਰੂਰ ਦੀ ਅਦਾਲਤ ਨੇ ਬਰੀ ਕੀਤਾ ਗਾ। ਲਗਾਤਾਰ 5 ਸਾਲ ਨਰੇਸ਼ ਯਾਦਵ ਜੀ ਨੇ ਸੰਗਰੂਰ ਦੀ ਅਦਾਲਤ ਦੇ ਚੱਕਰ ਲਾਏ। ਲਗਾਤਾਰ 5 ਸਾਲ ਜਿਹੜਾ ਹੈਗਾ ਅਦਾਲਤ 'ਚ ਆਉਂਦੇ ਰਹੇ। ਬਹੁਤ ਸਮਾਂ ਜਿਹੜਾ ਨਸ਼ਟ ਇਹਨਾਂ ਦਾ ਹੋਇਆਗਾ ਔਰ ਉਸ ਸਮੇਂ ਦੀ ਅਕਾਲੀ ਦਲ BJP ਸਰਕਾਰ ਨੇ ਇਹ ਝੂਠਾ ਮੁਕੱਦਮਾ ਨਰੇਸ਼ ਯਾਦਵ ਨੂੰ ਤੇ ਪਾਇਆ, ਕਿਉਂਕਿ ਬੇਸ਼ੱਕ ਇਹ 'ਚ ਕੋਈ ਸ਼ੱਕ ਨਹੀਂ ਕਿ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀਗੀ, ਇਹ 'ਚ ਕੋਈ ਸ਼ੱਕ ਨਹੀਂ, ਪਰ ਲੇਕਿਨ ਉਸ ਕੇਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਫਸਾਇਆ ਗਿਆ ਨਰੇਸ਼ ਯਾਦਵ ਨੂੰ, ਤਾਂ ਕਿ ਉਸ ਸਮੇਂ ਜਿਹੜੀ ਲਹਿਰ ਪੰਜਾਬ ਵਿੱਚ ਚੱਲ ਰਹੀ ਸੀਗੀ, ਕਿਉਂਕਿ ਆਮ ਆਦਮੀ ਪਾਰਟੀ ਦੇ ਕੋ ਕਨਵੀਨਰ ਪੰਜਾਬ ਦੇ ਸਹਿ ਪ੍ਰਭਾਰੀ ਨਰੇਸ਼ ਯਾਦਵ ਜੀ ਸੀ। ਉਸ ਸਮੇਂ ਸੰਜੇ ਸਿੰਘ ਜੀ ਮੇਨ ਜਿਹੜੇ ਇੰਚਾਰਜ ਸੀਗੇ, ਸੰਜੇ ਸਿੰਘ ਜੀ ਦੇ ਨਾਲ ਨਰੇਸ਼ ਯਾਦਵ ਜੀ ਜਿਹੜੇ ਪੰਜਾਬ ਦੇ ਕੋ ਪ੍ਰਭਾਰੀ ਤੇ ਉਸ ਸਮੇਂ ਇਹਨਾਂ ਨੂੰ ਝੂਠਾ ਫਸਾਇਆ ਗਿਆ, ਬਰੀ ਹੋਏ ਨੇ। ਕਿ ਮੇਰਾ ਕਹਿਣ ਦਾ ਭਾਵ ਹੈਗਾ ਕਿ 2015 ਤੋਂ ਲੈ ਕੇ 16 ਤੱਕ ਪੰਜਾਬ ਵਿੱਚ ਸਾਰੇ ਧਾਰਮਿਕ ਗ੍ਰੰਥਾਂ ਦੀ ਵੱਡੀ ਪੱਧਰ ਤੇ ਬੇਅਦਬੀ ਕੀਤੀ ਗਈ। ਸਾਰੇ ਧਾਰਮਿਕ ਗ੍ਰੰਥ ਪਾੜੇ ਗਏ, ਸਭ ਦਾ ਅਪਮਾਨ ਹੋਇਆ। ਪੰਜਾਬ 'ਚ ਰਹਿਣ ਵਾਲੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਗਿਆ। ਉਹਨਾਂ ਦੀ ਮੈਂ ਸਮਝਦਾ ਉਹਨਾਂ ਧਾਰਮਿਕ ਜਿਹੜੀਆਂ ਭਾਵਨਾਵਾਂ ਦੇ ਨਾਲ ਖੇਡਿਆ ਗਿਆ। ਔਰ 2 ਸਾਲ ਪੰਜਾਬ ਸਰਕਾਰ, ਉਸ ਸਮੇਂ ਦੀ ਅਕਾਲੀ ਦਲ ਸਰਕਾਰ, BJP ਸਰਕਾਰ ਚੁੱਪ ਰਹੀ। ਕੋਈ ਵੀ ਜਿਹੜਾ ਹੈਗਾ ਕਿਸੇ ਵੀ ਦੋਸ਼ੀ ਨੂੰ ਨਹੀਂ ਫੜਿਆ ਗਿਆ ਹੈਗਾ, ਉਲਟਾ ਸਾਡੇ ਤੇ ਕੇਸ ਬਣਾਇਆ। ਔਰ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ 2017 ਸੱਤਾ ਸੰਭਾਲੀ। ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣੇ। ਕੈਪਟਨ ਸਾਹਿਬ ਨੇ ਜਸਟਿਸ ਰਣਜੀਤ ਸਿੰਘ ਜਿਹੜੇ ਰਿਟਾਇਰਡ ਜੱਜ ਨੇ, ਉਹਨੂੰ ਜ਼ਿੰਮੇਵਾਰੀ ਸੌਂਪੀ ਕਿ ਤੁਸੀਂ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਨੇ ਪੰਜਾਬ ਵਿੱਚ 2015 ਤੋਂ ਲੈ ਕੇ 16-17 ਤੱਕ ਜਿੰਨੀਆਂ ਬੇਅਦਬੀਆਂ ਹੋਈਆਂ ਨੇਗੀਆਂ, ਸਭ ਦੀ ਜਾਂਚ ਕਮਿਸ਼ਨ 2000 ਜਿਹੜਾ ਬਣਾਇਆ ਕੈਪਟਨ ਸਾਹਿਬ ਨੇ। ਉਸ ਦੀ ਰਿਪੋਰਟ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੱਖੀ ਕਿ ਸਭ ਨੂੰ ਪਤਾ ਤੁਹਾਨੂੰ ਲਗਭਗ 9 ਘੰਟੇ ਲਾਈਵ ਡਿਬੇਟ ਜਿਹੜੀ ਆ ਪੰਜਾਬ ਦੀ ਵਿਧਾਨ ਸਭਾ 'ਚ ਹੋਈ। ਬੜੀ ਹੈਰਾਨੀ ਦੀ ਗੱਲ ਆ ਕਿ ਉਸ ਸਮੇਂ ਨਵਜੋਤ ਸਿੰਘ ਸਿੱਧੂ ਜੀ ਜਿਹੜੇ ਕਿ MLA ਸਾਹਿਬਾਨ ਨੇ, ਸਾਬਕਾ ਵਜ਼ੀਰ ਨੇ, ਨਵਜੋਤ ਸਿੱਧੂ ਜੀ, ਸੁਖਜਿੰਦਰ ਰੰਧਾਵਾ ਜੀ, ਚਰਨਜੀਤ ਚੰਨੀ ਜੀ, ਹੋਰ ਪਤਾ ਨਹੀਂ ਕਿਹੜੇ MLA ਸਾਹਿਬਾਨ ਝੋਲੀਆਂ ਅੱਡ ਅੱਡ ਕੇ ਕੈਪਟਨ ਸਾਹਿਬ ਨੂੰ ਕਹਿ ਰਹੇ ਸੀ ਕਿ ਸਾਨੂੰ ਇਨਸਾਫ ਚਾਹੀਦਾ, ਸਾਨੂੰ ਸਮਾਂਬੱਧ ਜਾਂਚ ਚਾਹੀਦੀ ਆ, ਸਾਨੂੰ ਇਸ ਮਾਮਲੇ ਦਾ ਹੱਲ ਚਾਹੀਦਾ, ਤੁਸੀਂ ਜਲਦੀ ਕਰੋ, ਦੋਸ਼ੀਆਂ ਨੂੰ ਫੜ ਕੇ ਜੇਲ੍ਹਾਂ 'ਚ ਡੱਕੋ, ਉਹਨਾਂ ਨੂੰ ਜਿਹੜਾ ਹੈਗਾ ਸਾਨੂੰ ਇਨਸਾਫ ਦਿਵਾਓ। ਔਰ ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀਗਾ ਕਿ ਕੈਪਟਨ ਸਾਹਿਬ ਤੁਸੀਂ ਮੈਨੂੰ ਆਪਣਾ ਪੁੱਤਰ ਮੰਨਦੇ ਹੋ, ਤੁਹਾਡਾ ਪੁੱਤਰ ਅੱਜ ਤੁਹਾਡੇ ਤੋਂ ਭੀਖ ਮੰਗ ਰਿਹਾ ਕਿ ਤੁਸੀਂ ਜਲਦੀ ਦੋਸ਼ੀਆਂ ਨੂੰ ਸਜ਼ਾ ਦਿਓਗੇ। ਪਰ ਲੇਕਿਨ ਅੱਜ 4 ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ, ਹਜੇ ਤੱਕ ਜਿਹੜੀ ਆ ਜਾਂਚ ਦਰ ਜਾਂਚ ਹੋ ਰਹੀ ਆ। ਹਜੇ ਤੱਕ ਮੈਂ ਸਮਝਦਾ ਸਰਕਾਰ, ਕੈਪਟਨ ਸਾਹਿਬ ਉਹਨਾਂ ਦੋਸ਼ੀਆਂ ਨੂੰ ਫੜਨ ਦੇ ਵਿੱਚ ਨਾਕਾਮ ਹੋਏ ਨੇਗੇ। ਹਜੇ ਤੱਕ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੀ ਜਿਹਨਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਸਜ਼ਾ ਦੇਣਾ ਤਾਂ ਦੂਰ ਦੀ ਗੱਲ, ਉਹਨਾਂ ਦੇ ਖਿਲਾਫ ਜਿਹੜੇ ਚਲਾਨ ਨੇਗੇ ਜਾਂ ਇਨਵੈਸਟੀਗੇਸ਼ਨ ਆ ਉਹ ਲੰਬੀ ਕੀਤੀ ਜਾ ਰਹੀ ਆ। ਪੂਰੇ ਪੰਜਾਬ ਨੂੰ ਪਤਾ ਗਾ ਕਿ ਪੰਜਾਬ ਦਾ ਐਡਵੋਕੇਟ ਜਨਰਲ ਕਿਸ ਤਰ੍ਹਾਂ ਦੋਸ਼ੀਆਂ ਦੇ ਨਾਲ ਮਿਲ ਕੇ ਉਹਨਾਂ ਨੂੰ ਅਦਾਲਤਾਂ 'ਚੋਂ ਰਾਹਤ ਦਿਵਾ ਰਿਹਾ ਹੈਗਾ, ਕਿਸ ਤਰ੍ਹਾਂ ਸਟੇਆਂ ਮਿਲ ਰਹੀਆਂ ਨੇਗੀਆਂ, ਕਿਸ ਤਰ੍ਹਾਂ ਉਹ ਪੇਸ਼ ਨਹੀਂ ਹੁੰਦੇ, ਕਿ ਕਿਸ ਤਰ੍ਹਾਂ ਜਿਹੜਾ ਹੈ ਕੈਪਟਨ ਸਾਹਿਬ ਦੇ ਖਾਸ ਜਿਹੜੇ ਵਿਅਕਤੀ AG ਨੇਗੇ ਉਹ ਕਿਸ ਤਰ੍ਹਾਂ ਰਾਹਤ ਪਹੁੰਚਾ ਰਹੇ, ਕਿਸ ਤਰ੍ਹਾਂ ਬਚਾ ਰਹੇ ਨੇਗੇ। ਮੇਰਾ ਕਹਿਣ ਦਾ ਭਾਵ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਪੇਸ਼ ਹੋਈ। ਉਸ ਰਿਪੋਰਟ ਦੇ ਵਿੱਚ ਤੁਹਾਨੂੰ ਮੈਂ ਹੋਰ ਗੱਲ ਦੱਸ ਦਾਂਗਾ, ਉਸ ਰਿਪੋਰਟ ਦੇ ਵਿੱਚ ਇਹ ਗੱਲ ਲਿਖੀ ਗਈ ਸੀਗੀ ਕਿ ਨਰੇਸ਼ ਯਾਦਵ ਦਾ MLA ਦਿੱਲੀ ਤੋਂ, ਮਹਿਰੌਲੀ ਤੋਂ ਕੋਈ ਉਹਦਾ ਹੱਥ ਨਹੀਂ, ਕੋਈ ਉਹਦਾ ਜਿਹੜਾ ਹੈਗਾ ਇਸ ਕਾਂਡ ਦੇ ਨਾਲ ਸੰਬੰਧ ਨਹੀਂ ਹੈਗਾ। ਇਹ ਗੱਲ ਪਾਕ ਸਾਫ਼ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਲਿਖੀ ਗਈ ਆ। ਔਰ ਪਰ ਲੇਕਿਨ ਪੰਜਾਬ ਸਰਕਾਰ ਨੇ ਉਸ ਸਮੇਂ ਜਿਹੜਾ ਕੇਸ ਆ ਉਹ ਵਾਪਸ ਨਹੀਂ ਲਿਆ। ਅਸੀਂ ਅਦਾਲਤ ਦੇ ਵਿੱਚ ਕਿਹਾ ਸੀਗਾ,
ਅਸੀਂ ਜਿਹੜਾ ਪ੍ਰੋਸੀਕਿਊਸ਼ਨ ਨੂੰ ਵੀ ਕਿਹਾ, ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ, ਅਸੀਂ ਉਦੋਂ ਤੁਹਾਡੇ ਜਰੀਏ ਵੀ ਬੇਨਤੀ ਕੀਤੀ ਸੀਗੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤਾਂ ਸਾਡੀ ਬਣਾਈ ਨਹੀਂ ਹੋਈ ਹੈਗੀ। ਇਹ ਤਾਂ ਕਮਿਸ਼ਨ ਦੀ ਰਿਪੋਰਟ ਆ, ਇਹਦੇ ਵਿੱਚ ਲਿਖਿਆ ਗਿਆ ਗਾ ਕਿ 90 ਲੱਖ ਰੁਪਈਆ ਜਿਹੜਾ ਮੇਨ ਦੋਸ਼ੀ ਆ ਵਿਜੇ ਕੁਮਾਰ ਉਹਦੇ ਅਕਾਊਂਟ ਦੇ ਵਿੱਚ ਆਇਆਗਾ ਕਿ ਇਹਦੀ ਜਾਂਚ ਕਰੋ। ਪਰ ਲੇਕਿਨ ਉਦੋਂ ਕੋਈ ਜਾਂਚ ਨਹੀਂ ਹੋਈ, ਕਿਉਂਕਿ ਕੈਪਟਨ ਸਾਹਿਬ ਨੂੰ ਸਭ ਨੂੰ ਪਤਾ ਗਾ ਕਿ ਮੋਦੀ ਸਾਹਿਬ ਚਲਾਉਂਦੇ ਨੇਗੇ, ਔਰ ਜਿਹੜਾ ਵਿਅਕਤੀ ਹੈਗਾ ਉਹ ਬੀਜੇਪੀ ਦਾ ਜਿਹੜਾ ਬੰਦਾ ਹੈਗਾ ਵਿਜੇ ਕੁਮਾਰ ਜੀ, ਉਹਨੂੰ ਬਚਾਉਣ ਦੀ ਕੋਈ ਜਾਂਚ ਨਹੀਂ ਹੋਈ, ਔਰ ਉਲਟਾ ਨਰੇਸ਼ ਯਾਦਵ ਤੇ ਕੇਸ ਚੱਲਦਾ ਰੱਖਿਆ। ਜਦੋਂ ਇਹ ਰਿਪੋਰਟ ਦੇ ਵਿੱਚ ਆ ਗਿਆ ਸੀਗਾ, ਜਦੋਂ ਸੱਚਾਈ ਸਾਹਮਣੇ ਆ ਗਈ ਸੀਗੀ ਕਿ ਨਰੇਸ਼ ਯਾਦਵ ਦਾ ਕੋਈ ਰੋਲ ਨਹੀਂ ਹੈਗਾ, ਨਰੇਸ਼ ਯਾਦਵ ਦਾ ਕੋਈ ਹੱਥ ਨਹੀਂ ਹੈਗਾ, ਕੋਈ ਦੂਰ ਦਾ ਸੰਬੰਧ ਨਹੀਂ ਹੈਗਾ, ਫਿਰ ਕੈਪਟਨ ਸਾਹਿਬ ਦੀ ਚੁੱਪੀ, ਫਿਰ ਕੇਸ ਜਿਹੜਾ ਹੈਗਾ ਬੇਡਰਾਕ ਨਾ ਕਰਨਾ, ਇਸ ਗੱਲ ਦਾ ਸਬੂਤ ਆ ਕਿ ਕੈਪਟਨ ਸਾਹਿਬ ਬਾਦਲ ਸਾਹਿਬ ਨੂੰ ਬਚਾ ਰਹੇ ਨੇ, ਕੈਪਟਨ ਸਾਹਿਬ ਜਿਹੜੀ ਅਕਾਲੀ ਦਲ ਬੀਜੇਪੀ ਨੂੰ ਬਚਾ ਰਹੇ ਨੇਗੇ। ਸਾਡੀ ਸਮੁੱਚੀ ਲੀਗਲ ਟੀਮ ਨੇ, ਮੇਰੇ ਨਾਲ ਸਾਡੇ ਸਾਥੀ ਬੈਠੇ ਤਪਿੰਦਰ ਸੋਹੀ ਜੀ, ਗੋਬਿੰਦਰ ਮਿੱਤਲ ਜੀ, ਵਕੀਲ ਸਾਹਿਬ ਬੈਠੇ ਨੇ, ਸੁਰਿੰਦਰ ਜੀ ਬੈਠੇ ਨੇ, ਸਾਰੀ ਸਮੁੱਚੀ ਟੀਮ ਜਿਹੜੀ ਆ ਸੰਗਰੂਰ ਦੀ ਲਗਾਤਾਰ 5 ਸਾਲ ਸਖਤ ਮਿਹਨਤ ਤੋਂ ਬਾਅਦ ਜਿਹੜਾ ਸੱਚ ਸਾਹਮਣੇ ਆਏਗਾ ਅੱਜ ਬਰੀ ਹੋਏ ਨੇ। ਮੇਰਾ ਕਹਿਣ ਦਾ ਭਾਵ ਹੈ ਇਹਨਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਲੋਕਾਂ ਨੂੰ ਲੜਾਉਣ ਦਾ ਕੰਮ ਕੀਤਾ ਸੀਗਾ, ਪਰ ਪੰਜਾਬ ਦੇ ਲੋਕ ਬੜੇ ਸੁਚੇਤ ਸੀਗੇ। ਸੋ ਇਸ ਗੱਲ ਕਰਕੇ ਤੁਹਾਨੂੰ ਬੁਲਾਇਆ ਗਿਆ, ਬਹੁਤ ਬਹੁਤ ਧੰਨਵਾਦ। ਮੈਂ ਹੁਣ ਨਰੇਸ਼ ਯਾਦਵ ਜੀ ਨੂੰ ਕਹੂੰਗਾ ਕਿ ਉਹ ਆਪਣੇ विचार थोड़े साझे करो। सभी मीडिया बंधुओं को मेरा हाथ जोड़कर नमस्कार। आज सच्चाई की जीत हुई है। 2016 में जो मेरे खिलाफ़ एक झूठा मुकदमा कुरान शरीफ बेअदबी का लगाया गया था, मुझे झूठा फंसाया गया था, उसमें आज माननीय संगरूर कोर्ट ने मुझे बाइज्जत बरी किया है। उस केस में मैंने उस समय भी कहा था, आप लोगों के सामने भी मैं पेश हुआ था कि अगर मेरा थोड़ा सा भी कहीं ऐसा इन्वॉल्वमेंट मिले तो मुझे फांसी पे चढ़ा दो। उस समय मीडिया में मैंने बहुत चीख कर बोला था कि मेरा इसमें दूर दूर तक कोई लेना देना नहीं है। पंजाब में उस समय मैं एज ए सह प्रभारी संजय सिंह जी के साथ काम कर रहा था। संजय सिंह जी मेन इंचार्ज थे और मैं उनके साथ में काम कर रहा था। पंजाब के अंदर पूरी तरह से आम आदमी पार्टी का बहुत ज़बरदस्त जोर था। उस समय की अकाली दल बीजेपी सरकार ने ये एक साजिश रची हमारे खिलाफ़, आम आदमी पार्टी के खिलाफ़, उसको बदनाम करने के लिए। और वो साजिश बीजेपी के तहत ज़्यादा थी, क्योंकि दिल्ली में जब 2015 में हम लोगों ने चुनाव लड़ा था तो दिल्ली से बीजेपी बिल्कुल साफ़ हुई थी और 70 में से 67 सीटें आई थी, केवल 3 सीटें बीजेपी की रह गई थी। तो बीजेपी को वो बहुत बड़ा दुख था और बीजेपी यहाँ पर सत्ता पे थी अकाली दल के साथ में मिलके, तो इस तरह की एक साजिश बड़ी रची गई। लेकिन आज दूध का दूध पानी का पानी हो गया है। आज सच्चाई सामने आई है और बाइज्जत बरी मुझे किया गया है पूरी तरह से। इस केस में एडवोकेट हरपाल चीमा जी हमारे एलओपी हैं, एनएस धालीवाल जी, सोई साहब, सभी लीगल टीम ने, चीमा साहब की पूरी टीम ने इसमें बहुत मेहनत करी है और मैं इनका सबका शुक्रिया अदा करना चाहता हूँ। साथ में मैं पंजाब के सभी लोगों का भी शुक्रिया अदा करना चाहता हूँ कि उस समय मैं मलेरकोटला भी गया, दूसरी अलग अलग डिस्ट्रिक्ट्स में भी मैं गया, क्योंकि चुनाव अगले साल था, 2017 में था, 16 में ये मुकदमा हुआ था। तो पूरे पंजाब में मुझे बहुत अच्छा रिस्पांस मिलता था। सभी को ये एहसास था कि मुझे झूठा इस केस में फंसाया गया है और सभी मेरे को ब्लेसिंग्स देते थे कि भाई आप इसमें से सच से निकल के आओगे, सच्चाई की जीत होगी। और आज वो बहुत महान दिन है कि आज मैं इस केस से बरी हुआ हूँ। मैं न्यायालय का धन्यवाद करता हूँ। मैं अपने आदरणीय लीडर अरविंद केजरीवाल जी, संजय सिंह जी, मनीष सिसोदिया जी, गोपाल राय जी, सभी का धन्यवाद करता हूँ। सभी ने मेरा इस केस में बहुत साथ दिया। पूरे सारे पंजाब के वॉलंटियर्स, हमेशा जब भी मेरे से पूछताछ होती या जब भी मेरे को अरेस्ट किया गया, सभी साथियों ने मेरा साथ दिया, साथ खड़े रहे और सबको ये विश्वास था कि ये एक झूठा मुकदमा है और झूठे तरीके से मुझे फंसाया गया है और इसमें एक दिन सच्चाई की जीत होगी और आज सच्चाई की जीत हुई है। अब इससे संबंधित अगर आप मुझसे कुछ सवाल करना चाहते हैं तो कर सकते हैं। देखिए, मैं जो सभी धर्मों को मानने वाला इंसान हूँ, हमारी पार्टी भी सभी धर्मों को मानने वाली है और सर्वधर्म के तहत हम काम कर रहे थे। तो अचानक एक कम्युनिटी के तहत, एक धर्म के तहत मुझे जब फंसाया गया तो मुझे बहुत आहत हुई कि मैं विशेष तौर पे जब मैं सभी धर्म को समान रूप से मानता हूँ और मेरे ऊपर एक कुरान शरीफ की बेअदबी का आरोप लगाया तो मुझे बहुत दुख हुआ, बहुत पीड़ा भी हुई। लेकिन उस समय इनकी साजिश थी, इनकी सरकार थी, तो उस समय हमने बहुत बोला, बहुत हम लोगों ने हर जगह अपनी बात रखी। कोर्ट में आए, फाइनली कोर्ट में
क्योंकि हमारी प्रक्रिया थोड़ी जटिल है, उसमें समय लगता है। तो आज लगभग 5 साल के अंदर ये सच्चाई सामने आई है और इस 4-5 साल में बहुत तकलीफ़ें झेलनी पड़ी, इसमें तो कोई शक ही नहीं है। नरेश जी, जब ये लीगल मैटर बन रहा था तो ऑफकोर्स आपको लीगली ही टैकल करना पड़ता है, तो क्या कुछ आर्ग्यूमेंट्स आपकी तरफ से कोर्ट में दिए गए थे जिसको कोर्ट ने अब एक्सेप्ट कर लिया है, और क्या वो जजमेंट अब ऑपरेटिव पार्ट आ चुका है? इसमें उस समय इन लोगों ने आरोप लगाया था कि विजय कुमार से मेरा कोई कॉल पे बात हुई, एसएमएस पे बात हुई और ये मुझसे मिलने गए। तो मेरा ये कहना था कि मैं एक पब्लिक सर्वेंट हूँ, मैं एमएलए हूँ अपने महरौली क्षेत्र का, वहाँ पर मुझे सभी मिलने लोग आते हैं। लेकिन जब पूरा इस केस में पूरा ट्रायल चला, पूरी जांच हुई, तो जो आईओ था, जो भी इस केस की इंक्वायरी कर रहे थे, इन्वेस्टिगेशन जो हो रही थी, उसमें कहीं भी कोई ऐसा प्रूफ नहीं दिया गया कि कहीं मेरा नाम आ सके या मेरे खिलाफ कोई ऐसी साजिश हो। तो जब आईओ से बहस की गई, हमारे वकील साहब ने बहस की, तो उनसे पूछा क्या को अक्यूज्ड की स्टेटमेंट के अलावा कोई भी ऐसा प्रूफ नरेश यादव के खिलाफ है जो आप पेश कर पाए हो। तो उन्होंने बिल्कुल स्पष्ट ना कहा। आप चाहो तो केस की डिटेल में जाना, कोई ऐसा नहीं था। केवल उस विजय कुमार से मेरा नाम बुलवाया गया वो साजिश के तहत, तो इसके अलावा कुछ ऐसा था नहीं। और आज जज साहब ने पूरी उस पर पूरा डिटेल ट्रायल के बाद में ये जजमेंट दिया। ਨਹੀਂ, ਦੋ ਜਿਹੜੇ ਦੂਜੇ ਦੋਸ਼ੀ ਸੀ ਵਿਜੇ ਕੁਮਾਰ ਤੇ ਗੌਰਵ ਕੁਮਾਰ, ਉਹਨਾਂ ਨੂੰ ਕੋਰਟ ਨੇ ਕਨਵਿਕਟ ਕੀਤਾਗਾ। ਜਿਹੜੇ ਮੇਨ ਦੋਸ਼ੀ ਸੀਗੇ ਉਹਨਾਂ ਨੂੰ ਕੋਰਟ ਨੇ ਕਨਵਿਕਟ ਕੀਤਾਗਾ। ਅਸੀਂ ਤਾਂ ਇਸ ਲਈ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਉਸ ਸਮੇਂ ਅਕਾਲੀ ਦਲ ਦੀ ਬੀਜੇਪੀ ਦੀ ਸਰਕਾਰ ਸੀ, ਸਿਆਸੀ ਕੀੜਾਂ ਕੱਢਣ ਦੇ ਲਈ, ਆਪਣੇ ਸਿਆਸੀ ਵਿਰੋਧੀਆਂ ਨੂੰ ਫਸਾਉਣ ਦੇ ਲਈ ਕਿਸ ਤਰ੍ਹਾਂ ਇਹਨਾਂ ਕੇਸਾਂ ਦਾ ਸਹਾਰਾ ਲਿਆ, ਕਿਸ ਤਰ੍ਹਾਂ ਇਹਨਾਂ ਨੂੰ ਇੰਪਲੀਕੇਟ ਕੀਤਾ, ਕਿਸ ਤਰ੍ਹਾਂ ਇਹਨਾਂ ਨੇ ਮਾਨਸਿਕ ਪਰੇਸ਼ਾਨੀ ਜਿਹੜੀ ਆ ਉਹ ਲਗਭਗ 5 ਸਾਲ ਚੱਲੀ ਆ। ਦੇਖੋ, ਜੇਕਰ ਤੁਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੜ੍ਹੋਗੇ, ਉਸ ਰਿਪੋਰਟ ਦੇ ਵਿੱਚ ਸਪਸ਼ਟ ਆ ਕਿ ਕਿਸੇ ਵਿਅਕਤੀ ਨੇ ਉਸ ਵਿਅਕਤੀ ਦੇ ਅਕਾਊਂਟ ਦੇ ਵਿੱਚ, ਵਿਜੇ ਕੁਮਾਰ ਦੇ ਅਕਾਊਂਟ ਦੇ ਵਿੱਚ ਲਗਭਗ 90 ਲੱਖ ਰੁਪਈਆ ਪਾਇਆ ਸੀਗਾ। ਅਸੀਂ ਉਦੋਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ, ਅਸੀਂ ਉਦੋਂ ਵੀ ਕੈਪਟਨ ਸਾਹਿਬ ਨੂੰ ਕਿਹਾ ਸੀਗਾ ਕਿ ਇਹਦੀ ਜਾਂਚ ਕੀਤੀ ਜਾਵੇ, ਪਰ ਲੇਕਿਨ ਕੈਪਟਨ ਸਾਹਿਬ ਨਹੀਂ ਜਾਂਚ ਕਰ ਰਹੇ। ਮੇਰਾ ਕਹਿਣ ਦਾ ਭਾਵ ਆ, ਕੈਪਟਨ ਸਾਹਿਬ ਕਿਸੇ ਨਾ ਕਿਸੇ ਤਰੀਕੇ ਦੋਸ਼ੀਆਂ ਨੂੰ ਹਮੇਸ਼ਾ ਬਚਾਉਂਦੇ ਨੇਗੇ, ਹਮੇਸ਼ਾ ਉਹ ਇੱਦਾਂ ਕਰਦੇ ਨੇ ਕਿ ਸਬੂਤ ਨਸ਼ਟ ਹੋ ਜਾਣ, ਅਸੀਂ ਇੱਥੇ ਪੋਲੀਟੀਕਲ ਡਰਾਮਾ ਕਰਦੇ ਰਹੀਏ, ਪੋਲੀਟੀਕਲ ਗੱਲਾਂ ਕਰਦੇ ਰਹੀਏ, ਡਰਾਮਾ ਕਰਦੇ ਰਹੀਏ, ਪਰ ਦੋਸ਼ੀਆਂ ਨਾ ਫੜੀਏ। ਸੋ ਇਹੀ ਕਾਰਨ ਹੈ ਕਿ 90 ਲੱਖ ਦੇ ਦੋਸ਼ ਵਾਲੇ ਦੇ ਵਿੱਚ ਮੈਂ ਸਮਝਦਾ ਈਡੀ ਜੇ ਕਿਸੇ ਦੇ ਘਰੇ 2 ਲੱਖ ਰੁਪਏ 4 ਲੱਖ ਰੁਪਏ ਇੱਧਰ ਉੱਧਰੋਂ ਆ ਜਾਏ, ਕਿਸੇ ਦੇ ਘਰੇ ਆ ਜਾਏ, ਨਾ ਉਹਦੀ ਕੋਈ ਪ੍ਰੋਪਰ ਐਂਟਰੀ ਹੋਵੇ, ਤਾਂ 2 ਲੱਖ ਵਾਲੇ ਨੂੰ ਫੜਨ ਪਹੁੰਚ ਜਾਂਦੀ ਆ। ਤਾਂ ਇਸ ਵਿਅਕਤੀ ਦੇ 90 ਲੱਖ ਰੁਪਏ ਆਇਆ ਸੀ ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਲਿਖਿਆ ਸੀਗਾ। ਪੰਜਾਬ ਸਰਕਾਰ ਕਿਉਂ ਚੁੱਪ ਆ, ਕੈਪਟਨ ਸਾਹਿਬ ਕਿਉਂ ਚੁੱਪ ਨੇ, ਹੋਮ ਮਿਨਿਸਟਰ ਕਿਉਂ ਚੁੱਪ ਆ, ਕਿਉਂ ਪੰਜਾਬ ਪੁਲਿਸ ਪੋਛਾ ਚੁੱਪ ਆ, ਕਿਉਂ ਵਿਜੀਲੈਂਸ ਡਿਪਾਰਟਮੈਂਟ ਚੁੱਪ ਆ, ਕਿਉਂ ਈਡੀ ਚੁੱਪ ਆ? ਇਹ ਸਾਰੇ ਸਵਾਲ ਖੜੇ ਕਰਦੇ ਨੇ ਕਿ ਕੈਪਟਨ ਸਾਹਿਬ ਹਮੇਸ਼ਾ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕਰਦੇ ਨੇਗੇ। ਬਿਲਕੁਲ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਮੁੱਦਾ, ਕਿਉਂਕਿ ਪੰਜਾਬ ਵਿੱਚ 2017 ਤੋਂ ਪਹਿਲਾਂ ਹੋਇਆ ਸੀਗਾ, ਇਹ ਬਿਲਕੁਲ ਇਹ ਮੁੱਦਾ ਰਹੂਗਾ ਜੀ। ਹੋਰ ਜੀ, ਥੈਂਕ ਯੂ ਜੀ। ਦੇਖੋ, 2017 ਤੋਂ ਪਹਿਲਾਂ ਜਦੋਂ ਇਲੈਕਸ਼ਨ ਹੋਣੀ ਸੀ, ਠੀਕ ਥੋੜੇ ਦਿਨ ਪਹਿਲਾਂ ਮੌੜ ਦੇ ਵਿੱਚ ਬੰਬ ਧਮਾਕਾ ਹੋ ਜਾਂਦਾਗਾ, 9 ਵਿਅਕਤੀ ਮਾਰੇ ਜਾਂਦੇ ਨੇ, 4 ਬੱਚੇ ਮਾਰੇ ਜਾਂਦੇ ਨੇਗੇ, ਪਰ ਲੇਕਿਨ ਹਾਲੇ ਤੱਕ ਪੰਜਾਬ ਸਰਕਾਰ ਜਿਹੜੀ ਆ ਉਹ ਇਹ ਦੇਖਦੀ ਆ ਕਿ ਇਹਦੇ ਵਿੱਚੋਂ ਵੋਟਾਂ ਕਿਵੇਂ ਨਿਕਲਣਗੀਆਂ। ਜਿਵੇਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਕੇਸਾਂ ਵਿੱਚੋਂ ਕਿਵੇਂ ਵੋਟਾਂ ਨਿਕਲਣਗੀਆਂ, ਉਸੇ ਤਰ੍ਹਾਂ ਮੌੜ ਬੰਬ ਬਲਾਸਟ ਚੋਂ ਕਿਵੇਂ ਵੋਟਾਂ ਨਿਕਲਣਗੀਆਂ ਤੇ ਅਗਲੀ ਵਾਰ ਕਿਵੇਂ ਨਿਕਲਣਗੀਆਂ। ਲਗਾਤਾਰ ਉਹਤੇ ਕੰਮ ਹੋ ਰਿਹਾ। ਹਜੇ ਤੱਕ 4 ਸਾਲ ਤੋਂ ਸਮਾਂ ਉੱਪਰ ਬੀਤ ਗਿਆ। ਪੰਜਾਬ ਦੀਆਂ ਸਾਰੀਆਂ ਏਜੰਸੀਆਂ, ਕੈਪਟਨ ਸਾਹਿਬ ਕਿਉਂਕਿ ਆਪ ਹੋਮ ਮਿਨਿਸਟਰ ਨੇ, ਬੁਰੀ ਤਰ੍ਹਾਂ ਫੇਲ ਹੋਏ ਨੇ। ਹਜੇ ਤੱਕ ਇੱਕ ਵੀ ਦੋਸ਼ੀ ਨਹੀਂ ਫੜਿਆ ਗਿਆ। ਕਦੇ ਜਾਂਚ ਖੱਬੇ ਪਾਸੇ ਨੂੰ ਤੋਰ ਲੈਂਦੇ ਨੇ, ਕਦੇ ਜਾਂਚ ਸੱਜੇ ਪਾਸੇ ਨੂੰ ਤੋਰ ਲੈਂਦੇ ਨੇਗੇ। ਲਗਾਤਾਰ ਜਾਂਚ ਦੀਆਂ ਡਾਇਰੈਕਸ਼ਨਾਂ ਬਦਲਦੀਆਂ ਰਹਿੰਦੀਆਂ ਨੇਗੀਆਂ। ਜਿਹੜੇ ਸਾਡੇ ਨੌਜਵਾਨ ਮਾਰੇ ਗਏ ਉਹਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ। ਦੇਖੋ, ਪੂਰੇ ਪੰਜਾਬ ਨੂੰ ਪਤਾਗਾ ਕਿ ਅਕਾਲੀ ਦਲ ਅੱਜ ਕੱਲ੍ਹ ਇੱਕ ਡਰਾਮੇਬਾਜ਼ਾਂ ਦੀ ਪਾਰਟੀ ਬਣ ਕੇ ਰਹਿ ਗਿਆ। ਅੱਜ ਕੱਲ੍ਹ ਉਹ ਡਰਾਮੇ ਕਰ ਰਿਹਾ ਲਗਾਤਾਰ। ਜਦੋਂ ਕਾਲੇ ਕਾਨੂੰਨ ਆਏ ਸੀਗੇ, ਜਦੋਂ ਇਹ ਕਾਨੂੰਨ ਬਣ ਰਹੇ ਸੀਗੇ, ਜਦੋਂ ਮੌਤ ਦੇ ਵਾਰੰਟ ਕਿਸਾਨਾਂ ਦੇ ਲਿਖੇ ਜਾ ਰਹੇ ਸੀਗੇ, ਉਸ ਸਮੇਂ ਜਿਹੜੀ ਡਰਾਮਾ ਕੁਈਨ ਆ ਹਰਸਿਮਰਤ ਕੌਰ ਬਾਦਲ ਦਸਤਖਤ ਕਰ ਰਹੀ ਸੀ, ਸਿਗਨੇਚਰ ਕਰ ਰਹੀ ਸੀ। ਸੁਖਬੀਰ ਸਿੰਘ ਬਾਦਲ ਉਹਨਾਂ ਬਿੱਲਾਂ ਦੇ ਸ਼ੋਲੇ ਗਾ ਰਿਹਾ ਸੀਗਾ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਬਿੱਲਾਂ ਦੀ ਜਿਹੜੀ ਆ ਤਾਰੀਫ ਕਰ ਰਿਹਾ ਸੀਗਾ। ਤੁਸੀਂ ਹੈਰਾਨ ਹੋਵੋਗੇ ਕਿ ਹਾਲੇ ਤੱਕ ਇੱਕ ਵਾਰ ਵੀ 5 ਵਾਰ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਇਹਨਾਂ ਬਿੱਲਾਂ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਿਆ। ਹਲੇ ਤੱਕ ਜਿਹੜਾ ਹੈਗਾ ਉਹਨੇ ਦੇਸ਼ ਦੀ ਸੈਂਟਰ ਸਰਕਾਰ ਨਾਲ ਗੱਲਬਾਤ ਕਰਨ ਦੀ ਇੱਕ ਵੀ ਕੋਸ਼ਿਸ਼ ਨਹੀਂ ਕੀਤੀ ਹੈਗੀ, ਕਿਉਂਕਿ ਲਗਾਤਾਰ 5 ਵਾਰ ਮੁੱਖ ਮੰਤਰੀ ਆ, ਉਹਨਾਂ ਦਾ ਫਰਜ਼ ਬਣਦਾ ਗਾ ਕਿ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ। ਇੱਥੇ ਕਦੇ ਕਿਸੇ ਨੂੰ ਘੇਰ ਲਿਆ, ਕਦੇ ਕਿਸੇ ਨੂੰ ਘੇਰ ਲਿਆ, ਇਹ ਸਭ ਡਰਾਮੇਬਾਜ਼ੀਆਂ ਬੰਦ ਕਰਨਾ ਪੜੀ। ਦੇਖੋ ਨੌਕਰੀਆਂ ਦੇਣਾ ਇਹ ਚੰਗਾ ਕਦਮ ਆ, ਵੱਖਰੀ ਗੱਲ ਆ, ਪਰ ਲੇਕਿਨ ਜਿਹੜੇ ਜਾਨ ਗਵਾ ਗਏ, ਜਿਹੜੇ ਇਸ ਦੁਨੀਆ ਤੋਂ ਚਲੇ ਗਏ, ਉਹ ਤਾਂ ਵਾਪਸ ਨਹੀਂ ਨਾ ਆ ਸਕਦੇ। ਉਹਨਾਂ ਨੂੰ ਇਨਸਾਫ ਕਦੋਂ ਮਿਲੂਗਾ? ਉਹ ਜਿਹੜੇ ਜਿਨ੍ਹਾਂ ਨੇ ਬੰਬ ਬਲਾਸਟ ਕੀਤਾ, ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਕਦੋਂ ਸਜ਼ਾ ਮਿਲੂਗੀ? ਸੋ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਕਿ ਅਸੀਂ ਨੌਕਰੀਆਂ ਦੇਤੀਆਂ ਕਿ ਅਸੀਂ ਜ਼ਿੰਮੇਵਾਰੀ ਤੋਂ ਭੱਜਾਂਗੇ। ਉਹਨਾਂ ਦੋਸ਼ੀਆਂ ਨੂੰ ਕਦੋਂ ਕਟਹਿਰੇ 'ਚ ਲੈ ਕੇ ਆਊਗੀ? ਕਿੰਨਾ ਸਮਾਂ ਲੱਗੂਗਾ? ਸਰਕਾਰ ਜਾਣ ਦਾ ਸਮਾਂ ਆ ਗਿਆ, ਪਰ ਲੇਕਿਨ ਹਜੇ ਤੱਕ ਜਾਂਚ ਦਰ ਜਾਂਚ ਹੋ ਰਹੀ ਹੈ। ਥੈਂਕ ਯੂ। ਉਹਦੇ ਤਾਂ ਵੰਡ ਚੁੱਕੇ ਲੱਗ ਕਰ ਲੈ।